सत श्री अकाल जी, बहुत स्वागत है आप सब का। ਆਪਾਂ ਹਮੇਸ਼ਾ ਹੀ ਲੌਜੀਕਲੀ ਗੱਲ ਕਰਦੇ ਹਾਂ ਤੇ ਲੌਜੀਕਲੀ ਮੀਨਸ ਕਿ ਕਿਸੇ ਨਾ ਕਿਸੇ ਚੀਜ਼ ਦਾ ਕੋਈ ਨਾ ਕੋਈ ਰੀਜ਼ਨ ਤਾਂ ਹੈ। ਇਸੇ ਕਰਕੇ ਤਾਂ ਕੋਈ ਨਾ ਕੋਈ ਪਰੇਸ਼ਾਨੀ ਜਾਂ ਟੈਨਸ਼ਨ ਸਾਡੇ ਦਿਮਾਗ ਤੇ ਹਮੇਸ਼ਾ ਹਾਵੀ ਰਹਿੰਦੀ ਹੈ। ਸਾਡਾ ਫਰਜ਼ ਬਣਦਾ ਹੈ ਜੀ ਆਪਣੇ ਸਿਤਾਰਿਆਂ ਨੂੰ ਸਹੀ ਕਰਕੇ, ਆਪਣੇ ਵਾਸਤੂ ਨੂੰ ਸਹੀ ਕਰਕੇ, ਆਪਣੇ ਔਰੇ ਨੂੰ ਸਹੀ ਕਰਕੇ, ਆਪਣਾ ਆਲਾ ਦੁਆਲਾ ਸਹੀ ਕਰਕੇ ਅਸੀਂ ਸਹੀ ਰਿਜ਼ਲਟ ਲਈਏ। 4 ਕੁ ਦਿਨ ਦੀ ਜ਼ਿੰਦਗੀ ਹੈ ਤੇ ਇਹ ਜ਼ਿੰਦਗੀ ਦੇ ਵਿੱਚ ਸੌਖੇ ਸਾਹ ਲੈਣਾ ਤੇ ਸਾਡਾ ਹੱਕ ਬਣਦਾ ਹੀ ਹੈ ਨਾ। ਚਲੋ ਇੱਕ ਸ਼ੁਰੂਆਤ ਕਰਦੇ ਹਾਂ ਆਪਾਂ ਅੱਜ ਦੱਸਦੇ ਹਾਂ ਤੁਹਾਨੂੰ ਸ਼ਰਾਧਾਂ ਬਾਰੇ। ਸ਼ਰਾਧ ਜੋ ਕਿ 2 ਤਰੀਕ ਤੋਂ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਨੇ ਤੇ ਇਹ ਚੱਲਣਗੇ ਮੱਸਿਆ ਤੱਕ। ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤੱਕ ਸ਼ਰਾਧ ਚੱਲਣਗੇ। ਇਹਨਾਂ ਦਿਨਾਂ ਦੇ ਵਿੱਚ ਸ਼ਰਾਧਾਂ ਦੇ ਦਿਨਾਂ ਵਿੱਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਵੈਸੇ ਤਾਂ ਜੋ ਕੰਮਕਾਰ ਚੱਲੇ ਆ ਰਹੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਦੇਣਾ ਚਾਹੀਦਾ ਹੈ, ਪਰ ਫਿਰ ਵੀ ਜੋ ਸ਼ਰਾਧਾਂ ਦੇ ਦਿਨਾਂ ਵਿੱਚ ਕਿਉਂ ਅਸੀਂ ਕੰਮ ਦੀ ਸ਼ੁਰੂਆਤ ਨਹੀਂ ਕਰ ਸਕਦੇ, ਕਿਉਂ ਸਾਨੂੰ ਲੱਗਦਾ ਹੈ ਕਿ ਪਿੱਤਰ ਸਾਡੇ ਨਾਲ ਨਾਰਾਜ਼ ਨੇ, ਕਿਉਂ ਸਾਨੂੰ ਲੱਗਦਾ ਹੈ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਜਨਮ ਕੁੰਡਲੀ ਵਿੱਚ ਤੁਹਾਡੇ ਪਿੱਤਰ ਦੋਸ਼ ਹੈ ਜੀ, ਤੁਹਾਡੇ ਮਾਤਰ ਦੋਸ਼ ਹੈ, ਤੁਹਾਡੀ ਜਨਮ ਕੁੰਡਲੀ ਸ਼ਰਾਪਿਤ ਹੈ, ਇਦਾਂ ਦੀਆਂ ਗੱਲਾਂ ਅਸੀਂ ਆਮ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ। ਅੱਜ ਆਪਾਂ ਇਸ ਤੇ ਹੀ ਡਿਸਕਸ਼ਨ ਕਰਾਂਗੇ। ਦੇਖੋ, ਜਨਮ ਕੁੰਡਲੀ ਵਿੱਚ ਪਿੱਤਰ ਦੋਸ਼ ਦਾ ਹੋਣਾ, ਪਿੱਤਰ ਮਤਲਬ ਸਾਡੇ ਬਜ਼ੁਰਗ ਸਾਡੇ ਜਿਨ੍ਹਾਂ ਦੇ ਕਣ ਸਾਡੇ ਬਲੱਡ ਵਿੱਚ ਨੇ ਤੇ ਜਿਨ੍ਹਾਂ ਦੇ ਵੰਸ਼ ਨੂੰ ਅਸੀਂ ਅੱਗੇ ਚਲਾ ਰਹੇ ਹਾਂ। ਮੰਨ ਲਓ ਜਾਣੇ ਅਣਜਾਣੇ ਵਿੱਚ ਸਾਡੇ ਬਜ਼ੁਰਗਾਂ ਤੋਂ ਕੁਝ ਨਾ ਕੁਝ ਜਾਂ ਸਾਡੇ ਤੋਂ ਜਾਂ ਸਾਡੇ ਪਹਿਲਾਂ ਲੰਘ ਚੁੱਕੀ ਪੀੜ੍ਹੀ ਤੋਂ ਕੁਝ ਵੀ ਅਪਸ਼ਬਦ, ਕੁਝ ਉਹਨਾਂ ਦਾ ਹੱਕ ਜੋ ਸਾਨੂੰ ਉਹ ਦਿੰਦੇ ਨੇ। ਹੁਣ ਆਪਾਂ ਇੱਕ ਘਰ ਵਿੱਚ ਰਹਿੰਦੇ ਹਾਂ, ਇਹ ਸਾਨੂੰ ਸਾਡੇ ਮਾਤਾ ਪਿਤਾ ਤੋਂ ਮਿਲਦਾ ਹੈ। ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇੱਕ ਪ੍ਰਾਪਰਟੀ ਦਿੱਤੀ, ਇੱਕ ਦੁਕਾਨ ਦਿੱਤੀ, ਇੱਕ ਘਰ ਦਿੱਤਾ, ਉਹ ਚੀਜ਼ ਨੂੰ ਅਸੀਂ ਯੂਜ਼ ਕਰਦੇ ਹਾਂ। ਪਰ ਜਦੋਂ ਅਸੀਂ ਆਪਣੇ ਪੇਰੈਂਟਸ ਨਾਲ ਚੰਗਾ ਸਲੂਕ ਨਹੀਂ ਕੀਤਾ ਤਾਂ ਸਾਨੂੰ ਕੀ ਹੱਕ ਬਣਦਾ ਜੀ ਉਹਨਾਂ ਦੀਆਂ ਚੀਜ਼ਾਂ ਯੂਜ਼ ਕਰਨ ਦਾ। ਮੰਨ ਲਓ ਕਿ ਤੁਸੀਂ ਆਪਣੇ ਦਮ ਤੇ ਕੁਝ ਬਣੇ ਹੋ, ਤੁਹਾਡੇ ਪੇਰੈਂਟਸ ਵੱਲੋਂ ਤੁਹਾਨੂੰ ਕੁਝ ਵੀ ਨਹੀਂ ਮਿਲਿਆ, ਫਿਰ ਵੀ ਤੁਹਾਡਾ ਜੋ ਖੂਨ ਹੈ, ਜੋ ਤੁਹਾਡੇ ਅੰਦਰ ਤੁਹਾਡੀ ਗੋਤ ਜਿਹਨੂੰ ਆਪਾਂ ਕਹਿੰਦੇ ਹਾਂ, ਜੋ ਚੱਲਦੀ ਆ ਰਹੀ ਹੈ, ਉਸ ਵਿੱਚ ਤੇ ਤੁਹਾਡੇ ਪਿੱਤਰਾਂ ਦਾ ਹੱਕ ਹੈ ਹੀ। ਇਸ ਕਰਕੇ ਕਈ ਵਾਰੀ ਜੋ ਸਾਡੇ ਕੋਲੋਂ ਜਾਣੇ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ, ਉਸ ਦੇ ਮੁਤਾਬਕ ਜਨਮ ਪੱਤਰੀ ਵਿੱਚ ਚੰਦਰ ਰਾਹੂ ਦਾ ਬੈਠਣਾ, ਸ਼ਨੀ ਚੰਦਰ ਦਾ ਬੈਠਣਾ, ਜਾਂ ਕਾਲ ਸਰਪਯੋਗ ਹੋਣਾ, ਜਾਂ ਕੁਛ ਨਾ ਕੁਛ ਪ੍ਰੋਬਲਮ ਕਈ ਵਾਰੀ ਇਦਾਂ ਦੀ ਆਉਂਦੀ ਹੈ। ਹੁਣ ਮੈਂ ਤੁਹਾਨੂੰ ਇਸ ਦੀਆਂ ਥੋੜੀਆਂ ਜਿਹੀਆਂ ਨਿਸ਼ਾਨੀਆਂ ਦੱਸਦੀ ਹਾਂ। ਕਈ ਵਾਰੀ ਕੀ ਹੁੰਦਾ ਹੈ ਜੀ, ਸਾਡੇ ਬਣਦੇ ਕੰਮ 99 ਤੇ ਆ ਕੇ ਖਰਾਬ ਹੋ ਜਾਂਦੇ ਨੇ। ਸਾਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਅਜੀਬ ਜਿਹੀ ਚੀਜ਼ ਹੋਈ ਜਿਸ ਕਰਕੇ ਸਾਡਾ ਇਹ ਕੰਮ ਨਹੀਂ ਹੋਇਆ। ਰਿਸ਼ਤਾ ਹੋਣ ਲੱਗਦਾ ਹੈ, ਰਿਸ਼ਤੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਆਉਂਦੀਆਂ ਨੇ। ਬਿਲਕੁਲ ਸਹੀ ਹੋ, ਤੁਸੀਂ ਪੜ੍ਹੇ ਲਿਖੇ ਹੋ, ਅੱਛੀ ਜੌਬ ਕਰ ਰਹੇ ਹੋ, ਅੱਛਾ ਕੰਮਕਾਰ ਵੀ ਕਰ ਰਹੇ ਹੋ, ਮਿਹਨਤੀ ਵੀ ਹੋ, ਕਿਸੇ ਤਰ੍ਹਾਂ ਦਾ ਕੋਈ ਐਬ ਵੀ ਨਹੀਂ, ਤੇ ਫਿਰ ਵੀ ਰਿਸ਼ਤਾ ਨਹੀਂ ਹੋ ਰਿਹਾ, ਯਾਨੀ ਕਿ ਸਾਡਾ ਵੰਸ਼ ਅੱਗੇ ਨਹੀਂ ਵੱਧ ਰਿਹਾ। ਅੱਛਾ, ਰਿਸ਼ਤਾ ਹੋ ਗਿਆ, ਮੈਰਿਜ ਹੋ ਗਈ, ਅੱਗੋਂ ਵਾਧਾ ਨਹੀਂ ਹੋਇਆ, ਮੀਨਸ ਬੱਚੇ ਨਹੀਂ ਹੋਏ। ਅਗਰ ਬੱਚੇ ਹੋ ਗਏ ਤਾਂ ਅੱਗੋਂ ਸਾਡੇ ਮਨ ਨੂੰ ਸੈਟੀਸਫੈਕਸ਼ਨ ਨਹੀਂ ਤੇ ਬੱਚਾ ਸਾਡਾ ਨੇਮ ਫੇਮ ਖਰਾਬ ਕਰਨੇ ਸ਼ੁਰੂ ਹੋ ਗਏ। ਸੱਚ ਜਾਣੋ, ਇਹ ਜੋ ਪੀੜ੍ਹੀ ਹੈ, ਇਹ ਚੱਕਰ ਹੈ ਦੁਨੀਆ ਦਾ, ਇਹ ਗੋਲ ਹੈ ਤੇ ਸਾਡੇ ਅਸੀਂ ਜੋ ਕਰਮ ਕਰ ਰਹੇ ਹਾਂ ਇਹ ਸਾਡੇ ਅੱਗੇ ਆਉਂਦੇ ਹੀ ਆਉਂਦੇ ਨੇ। ਤੇ ਇੱਥੇ ਆ ਕੇ ਅਸੀਂ ਕਹਿ ਦਿੰਦੇ ਹਾਂ ਕਿ ਕੁਛ ਨਾ ਕੁਛ ਤਾਂ ਕਿਤੇ ਨਾ ਕਿਤੇ ਹੈ ਨਾ, ਜੋ ਸਾਨੂੰ ਇਸ ਚੀਜ਼ਾਂ ਤੋਂ, ਸਾਡੀ ਜ਼ਿੰਦਗੀ ਦੀ ਸਫਲਤਾ ਤੋਂ ਜਾਂ ਸਾਡੀ ਮਿਹਨਤ ਨੂੰ ਫਲ ਨਹੀਂ ਲੱਗਦੇ। ਕਈ ਵਾਰੀ ਅਸੀਂ ਅਣਜਾਣੇ ਵਿੱਚ ਕਈ ਲੋਕ ਇਹ ਕਹਿੰਦੇ ਆ ਕਿ ਸਾਨੂੰ ਜੀ ਸਾਡੀ ਜਨਮ ਤਰੀਕ ਨਹੀਂ ਪਤਾ, ਸਾਨੂੰ ਸਾਡੇ ਗ੍ਰਹਿ ਨਹੀਂ ਪਤਾ, ਸਾਨੂੰ ਕਿਸੇ ਵਾਸਤੂ ਦਾ ਵੀ ਨਹੀਂ ਪਤਾ, ਸਾਰੀ ਉਮਰ ਹੀ ਦੁੱਖਾਂ ਵਿੱਚ ਕੱਟ ਲਈ। ਚਲੋ ਠੀਕ ਹੈ, ਨਹੀਂ ਪਤਾ, ਪਰ ਸਾਡੇ ਕੁਝ ਤਾਂ ਫਰਜ਼ ਨੇ ਨਾ ਕਿ ਜਿਨ੍ਹਾਂ ਨੂੰ ਸਾਨੂੰ ਨਿਭਾਉਣਾ ਚਾਹੀਦਾ ਹੈ। ਮੀਨਸ ਸਾਡੇ ਮਾਤਾ ਪਿਤਾ ਦੀ ਰਿਸਪੈਕਟ ਜ਼ਰੂਰ ਕਰਨੀ ਚਾਹੀਦੀ ਹੈ। ਬਜ਼ੁਰਗ ਤੁਹਾਡੇ ਦਾਦਾ ਦਾਦੀ ਹੋਣ, ਚਾਚੇ ਤਾਏ, ਮਾਮੇ ਭੂਆ ਮਾਸੀ, ਜੋ ਵੀ ਬਜ਼ੁਰਗ ਨੇ, ਅਗਰ ਤੁਸੀਂ ਉਹਨਾਂ ਦਾ ਆਦਰ ਸਤਿਕਾਰ ਨਹੀਂ ਕਰਦੇ ਤਾਂ ਤੁਹਾਡੇ ਬੱਚਿਆਂ ਦੇ ਜਨਮ ਪੱਤਰੀ, ਜੋ ਆਉਣ ਵਾਲੇ ਸਾਡੇ ਜੋ ਬੱਚੇ ਨੇ, ਉਹਨਾਂ ਦੀ ਜਨਮ ਪੱਤਰੀ ਵਿੱਚ ਦੋਸ਼ ਆ ਜਾਣਗੇ। ਕਿਉਂਕਿ ਜੋ ਇਹ ਤੁਹਾਡੀਆਂ ਬਲੈਸਿੰਗ ਨੇ ਇਹ ਅੰਦਰੋਂ ਆਉਂਦੀਆਂ ਨੇ। ਇਹ ਨਹੀਂ ਕਿ ਕਹਿਣ ਨਾਲ ਜੀ ਮੈਨੂੰ ਆਸ਼ੀਰਵਾਦ ਦੇ ਦਿਓ, ਮੈਨੂੰ ਮਿਲ ਗਿਆ, ਬਸ ਮੈਂ ਲੈ ਲਿਆ, ਨਹੀਂ। ਉਹ ਚੀਜ਼ਾਂ ਨੇ ਜਦੋਂ ਤੁਸੀਂ ਕਿਸੇ ਦਾ ਹੱਕ ਮਾਰ ਲਿਆ, ਜਦੋਂ ਤੁਸੀਂ ਕਿਸੇ ਦੀ ਮਨ ਨੂੰ ਠੇਸ ਪਹੁੰਚਾ ਦਿੱਤੀ, ਜਦੋਂ ਤੁਸੀਂ ਆਪਣੇ ਬਜ਼ੁਰਗਾਂ ਦੀ ਦਿੱਤੀ ਹੋਈ ਚੀਜ਼ ਦਾ ਪਰਮਾਤਮਾ ਨੂੰ ਧੰਨਵਾਦ ਨਹੀਂ ਕੀਤਾ ਤੇ ਉਹਨਾਂ ਦਾ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਦੁਨੀਆ 'ਚੋਂ ਉਹਨਾਂ ਦਾ ਆਦਰ ਸਤਿਕਾਰ ਨਹੀਂ ਕੀਤਾ, ਤਾਂ ਇਹ ਇੱਕ ਦੋਸ਼ ਬਣ ਜਾਂਦਾ ਹੈ, ਇਹ ਸ਼ਰਾਪ ਮਿਲ ਜਾਂਦਾ ਸਾਨੂੰ ਜਾਣੇ ਅਣਜਾਣੇ ਵਿੱਚ। ਕੀ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ ਉਹ ਸੁਖੀ ਰਹਿਣ। ਹੁਣ ਸਾਨੂੰ ਆਪਣੀ ਔਲਾਦ ਤੋਂ ਜ਼ਿਆਦਾ ਸਕਾ
ਤੇ ਕੋਈ ਨਹੀਂ ਨਾ, ਅਸੀਂ ਆਪਣੇ ਬੱਚਿਆਂ ਦੇ ਲਈ ਬਹੁਤ ਕੁਝ ਕਰਦੇ ਹਾਂ। ਤੇ ਇਹਨਾਂ ਸ਼ਰਾਧਾਂ ਦੇ ਦਿਨਾਂ ਵਿੱਚ ਕੀ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਜੋ ਇਹ ਸਾਡੇ ਤੇ ਪ੍ਰਭਾਵ ਨੇ ਨੈਗੇਟਿਵ ਨੇ ਇਹ ਅੱਛੇ ਹੋ ਜਾਣ, ਜਾਂ ਉਹਨਾਂ ਲਈ ਕੋਸ਼ਿਸ਼ ਤੇ ਕਰਨੀ ਬਣਦੀ ਹੈ ਨਾ। ਕਈ ਵਾਰੀ ਕੀ ਹੁੰਦਾ ਹੈ ਕਿ ਘਰ ਵਿੱਚ ਵਾਸਤੂ ਦੋਸ਼ ਹੈ, ਵਾਸਤੂ ਦੋਸ਼ ਦਾ ਯਾਨੀ ਪਿੱਤਰ ਦੋਸ਼ ਦਾ, ਮੰਨ ਲਓ ਕਿ ਤੁਹਾਡੀ ਜਨਮ ਤਰੀਕ ਨਹੀਂ ਤਾਂ ਤੁਸੀਂ ਕਿਸ ਤਰ੍ਹਾਂ ਪਤਾ ਲਵਾ ਸਕਦੇ ਹੋ। ਕਈ ਵਾਰੀ ਕੀ ਹੁੰਦਾ ਹੈ ਜੀ, ਸਾਡੇ ਘਰ ਵਿੱਚ ਕੰਧਾਂ ਵਿੱਚ ਪਿੱਪਲ ਬਹੁਤ ਉੱਗਦੇ ਆ, ਟੈਂਕੀ ਤੇ ਪਿੱਪਲ ਉੱਗ ਜਾਂਦੇ ਆ। ਪਿੱਪਲ ਕੀ ਆ? ਪਿੱਪਲ ਤੇ ਬਹੁਤ ਵਧੀਆ ਇੱਕ ਦਰਖਤ ਹੈ ਜਿਸ ਤੇ ਬਹੁਤ ਡੂੰਘੀਆਂ ਜੜ੍ਹਾਂ ਮੰਨੀਆਂ ਜਾਂਦੀਆਂ ਤੇ ਆਕਸੀਜਨ ਹੀ ਦਿੰਦਾ, ਬੜਾ ਅੱਛਾ ਬ੍ਰਿਕ ਹੈ ਉਹ। ਤੇ ਅਸੀਂ ਕੀ ਕਰਦੇ ਹਾਂ ਜੀ, ਕਿਉਂਕਿ ਉਹ ਜੜ੍ਹਾਂ ਨੂੰ, ਕੰਧਾਂ ਨੂੰ ਖੋਖਲਾ ਕਰ ਦਿੰਦਾ ਹੈ ਤੇ ਅਸੀਂ ਉਸ ਨੂੰ ਸਾੜ ਦਿੰਨੇ ਆ ਜਾਂ ਦਾਤੀ ਨਾਲ ਵੱਢ ਦਿੰਨੇ ਆ ਤੇ ਉਸ ਦੀ ਜੜ ਉਸ ਦੇ ਵਿੱਚ ਹੀ ਰਹਿ ਜਾਂਦੀ ਹੈ। ਘਰ ਵਿੱਚ ਪਈਆਂ ਹੋਈਆਂ ਤਰੇੜਾਂ ਜੋ ਆਮ ਤੌਰ ਤੇ ਘਰਾਂ ਵਿੱਚ ਹੋ ਜਾਂਦੀਆਂ ਨੇ, ਸ਼ਨੀਚਾਰ ਹੋਵੇ ਜਾਂ ਤੁਹਾਡੀ ਜਨਮ ਪੱਤਰੀ ਦੇ ਵਿੱਚ ਨੌਵਾਂ ਖਾਨਾ ਜੋ ਕਿ ਕਰਮ ਦਾ ਮੰਨਿਆ ਜਾਂਦਾ ਹੈ, ਤੁਹਾਡੀ ਕਿਸਮਤ ਦਾ ਮੰਨਿਆ ਜਾਂਦਾ ਹੈ, ਤੇ ਨੌਵਾਂ ਤੇ 10ਵਾਂ ਤੁਹਾਡੇ ਕਰਮ ਕਿਸਮਤ ਦੇ ਨਾਲ ਤੁਹਾਡੇ ਪਿੱਤਰਾਂ ਦਾ ਵੀ ਮੰਨਿਆ ਜਾਂਦਾ ਹੈ। ਜੋ ਅਸੀਂ ਕਿਸਮਤ ਆਪਣੇ ਨਾਲ ਲੈ ਕੇ ਆਉਂਦੇ ਆ, ਅਗਰ ਉਸ ਸਥਾਨ ਵਿੱਚ ਰਾਹੂ ਬਿਰਾਜਮਾਨ ਹੋਵੇ ਤਾਂ ਸਮਝ ਲਓ ਕਿ ਜਨਮ ਪੱਤਰੀ ਦੇ ਵਿੱਚ ਕੁਝ ਨਾ ਕੁਝ ਪਿੱਤਰ ਦੋਸ਼ ਹੈ। ਕਈ ਵਾਰੀ ਤੁਸੀਂ ਸੁਣਿਆ ਹੋਣਾ ਹੈ ਕਿ ਕੋਈ ਲੋਕ ਕਹਿੰਦੇ ਆ ਕਿ ਆਪਣੇ ਘਰ ਤੋਂ ਦੂਰ ਚਲੇ ਜਾਓ, ਬੜੀ ਅੱਛੀ ਤਰੱਕੀ ਹੋ ਜਾਏਗੀ, ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਨਹੀਂ ਹੋਣੀ। ਕਿਉਂਕਿ ਤੁਹਾਡੀ ਜਨਮ ਪੱਤਰੀ ਵਿੱਚ ਕੁਝ ਦੋਸ਼ ਹੋਵੇਗਾ ਜੋ ਤੁਸੀਂ ਉਸ ਦੋਸ਼ ਨੂੰ ਸਹੀ ਕਰਨ ਲਈ ਯਤਨ ਨਹੀਂ ਕੀਤੇ ਆਪਣੇ ਬਜ਼ੁਰਗਾਂ ਨਾਲ, ਜਾਂ ਤੁਹਾਡੇ ਬਜ਼ੁਰਗਾਂ ਨੇ ਆਪਣੇ ਬਜ਼ੁਰਗਾਂ ਨਾਲ ਕੁਝ ਨਾ ਕੁਝ ਕੀਤਾ ਤੇ ਉਹ ਤੀਜੀ ਪੀੜ੍ਹੀ ਵਿੱਚ ਫਿਰ ਵਾਪਸ ਸਾਨੂੰ ਸਹਿਣਾ ਪੈ ਗਿਆ। ਅਗਰ ਘਰ ਵਿੱਚ ਤਰੇੜਾਂ ਹੋਣ, ਪਿੱਪਲ ਵਾਰ-ਵਾਰ ਉੱਗਦਾ ਹੋਵੇ, ਨਾਲ ਹੀ ਜੋ ਸਾਊਥ ਵੈਸਟ ਕਾਰਨਰ ਹੈ, ਸਾਊਥ ਵੈਸਟ ਕਾਰਨਰ ਜੋ ਕਿ ਜੜ੍ਹਾਂ ਮੰਨੀਆਂ ਜਾਂਦੀਆਂ ਨੇ, ਤੁਹਾਡੇ ਮਕਾਨ ਦੀ, ਤੁਹਾਡੇ ਘਰ ਦੀ ਜੜ ਮੰਨੀ ਜਾਂਦੀ ਹੈ, ਸਥਿਰਤਾ ਮੰਨੀ ਜਾਂਦੀ ਹੈ, ਜਿਸ ਨੂੰ ਅਸੀਂ ਹੈਵੀ ਕਰਦੇ ਆ ਕਿ ਸਾਊਥ ਵੈਸਟ ਕਾਰਨਰ ਹੈਵੀ ਹੋਣਾ ਚਾਹੀਦਾ ਹੈ, ਜਿੱਥੇ ਅਸੀਂ ਸਟੋਰ ਵਗੈਰਾ ਬਣਾਉਂਦੇ ਆ ਜਾਂ ਬਜ਼ੁਰਗਾਂ ਦਾ ਬੈਡਰੂਮ ਬਣਾਉਂਦੇ ਆ। ਉਸ ਜਗ੍ਹਾ ਤੇ ਸਥਿਰਤਾ ਹੋਣੀ ਤੇ ਨਾਲ ਹੀ ਉਸ ਜਗ੍ਹਾ ਦਾ ਉੱਚਾ ਹੋਣਾ ਬਹੁਤ ਹੀ ਸਥਿਰਤਾ ਵਾਲਾ ਮੰਨਿਆ ਜਾਂਦਾ ਹੈ। ਤੇ ਅਗਰ ਉਸ ਜਗ੍ਹਾ ਤੇ ਪਾਣੀ ਹੋਵੇ ਜਾਂ ਕੁਝ ਵੀ ਟਾਇਲਟ ਵਗੈਰਾ ਹੋਵੇ ਤਾਂ ਵੀ ਗ੍ਰਹਿਾਂ ਵਿੱਚ ਪਿੱਤਰ ਯੋਗ ਮੰਨਿਆ ਜਾਂਦਾ ਹੈ। ਹੁਣ ਤੁਸੀਂ ਉਸ ਜਗ੍ਹਾ ਤੇ ਉਹ ਚੀਜ਼ ਨਹੀਂ ਬਣਾਈ, ਮੰਨ ਲਓ ਤੁਸੀਂ ਨਹੀਂ ਬਣਾਈ, ਉਸ ਜਗ੍ਹਾ ਤੇ ਉਹ ਕਿਉਂ ਬਣੀ? ਕਿਉਂਕਿ ਕਈ ਵਾਰੀ ਸਾਡੇ ਸਟਾਰ ਚੰਗੇ ਆ ਤਾਂ ਪਰਮਾਤਮਾ ਨੇ ਸਾਡੇ ਤੋਂ ਬਾਂਹ ਫੜ ਕੇ ਚੰਗਾ ਕਰਾ ਦੇਣਾ ਹੈ। ਤੇ ਕਈ ਵਾਰੀ ਕੀ ਹੁੰਦੇ ਆ ਕਿ ਅਸੀਂ ਸੋਚਦੇ ਕੁਝ ਹੋਰ ਆ ਤੇ ਕਰ ਕੁਝ ਹੋਰ ਲੈਂਦੇ ਆ। ਮਤਲਬ ਜਦੋਂ ਸਾਡਾ ਵਕਤ ਮਾੜਾ ਏ ਤਾਂ ਅਸੀਂ ਜਾਣ ਕੇ ਵੀ ਅਣਜਾਣ ਬਣ ਕੇ ਉਹ ਗਲਤੀ ਕਰ ਲੈਣੀ ਹੈ, ਤਾਂ ਕੀ ਹੋ ਜਾਣਾ ਹੈ ਤੇ ਸਾਨੂੰ ਉਸ ਦੇ ਦੋਸ਼ ਦਾ ਫਲ ਮਿਲਣਾ ਸ਼ੁਰੂ ਹੋ ਜਾਣਾ ਹੈ। ਉਸ ਟਾਈਮ ਤੇ ਸਾਡੇ ਮਨ 'ਚ ਕੁਝ ਨਹੀਂ ਸੀ, ਅਣਜਾਣੇ ਵਿੱਚ ਹੋ ਗਿਆ, ਸਾਡੇ ਬਜ਼ੁਰਗਾਂ ਨੇ ਕਰ ਦਿੱਤਾ, ਸ਼ੁਰੂ ਤੋਂ ਉੱਥੇ ਹੀ ਚੱਲਦਾ ਆ ਰਿਹਾ ਹੈ ਤੇ ਅਸੀਂ ਤੀਜੀ ਪੀੜ੍ਹੀ 'ਚ ਉੱਥੇ ਹੀ ਉਹ ਚੀਜ਼ ਚਲਾ ਰਹੇ ਹਾਂ। ਠੀਕ ਹੈ ਜੀ, ਪਰ ਸਹੀ ਕਰਨਾ ਤੇ ਸਾਡਾ ਫਰਜ਼ ਬਣਦਾ ਹੈ ਨਾ। ਤਾਂ ਤੁਹਾਨੂੰ ਅਗਰ ਲੱਗੇ ਤੁਹਾਡੇ ਘਰ ਵਿੱਚ ਤਰੇੜਾਂ ਨੇ, ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਜ਼ਿਆਦਾ ਹੈ, ਸਾਊਥ ਵੈਸਟ ਕਾਰਨਰ ਤੁਹਾਡਾ ਸਹੀ ਨਹੀਂ ਹੈਗਾ, ਤਾਂ ਇਹਨਾਂ ਚੀਜ਼ਾਂ ਲਈ ਕੋਸ਼ਿਸ਼ ਜ਼ਰੂਰ ਕਰੋ। ਤੇ ਨਾਲ ਹੀ ਸ਼ਰਾਧਾਂ ਦੇ ਦਿਨਾਂ ਵਿੱਚ, ਸ਼ਰਾਧ ਜੋ 2 ਤਰੀਕ ਤੋਂ ਸ਼ੁਰੂ ਹੋ ਰਹੇ ਨੇ, 15 ਦਿਨ ਮੱਸਿਆ ਤੱਕ ਚੱਲਣਗੇ, ਇਹਨਾਂ ਦਿਨਾਂ ਦੇ ਵਿੱਚ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਕੇ ਕਿਸੇ ਗਰੀਬ ਨੂੰ, ਕਿਸੇ ਜ਼ਰੂਰਤਮੰਦ ਨੂੰ ਰਾਸ਼ਨ ਦੇ ਦੇਵੋ, ਕੱਪੜਾ ਦਾਨ ਕਰ ਦਵੋ, ਕਿਸੇ ਧਾਰਮਿਕ ਸਥਾਨ ਤੇ ਵੀ ਦੇ ਸਕਦੇ ਹੋ। ਕੋਈ ਵਹਿਮ ਨਹੀਂ ਹੈ ਜੀ ਇਹ, ਕਿਸੇ ਦੀ ਮਦਦ ਕਰਨੀ ਤੇ ਕਿਸੇ ਦੇ ਪੈਰੀ ਹੱਥ ਲਾ ਕੇ ਬਜ਼ੁਰਗ ਦਾ ਆਸ਼ੀਰਵਾਦ ਲੈਣਾ ਕਿੱਧਰ ਦਾ ਵਹਿਮ ਹੈ? ਉਹਨਾਂ ਦੇ ਨਾਂ ਤੇ ਕਿਸੇ ਜ਼ਰੂਰਤਮੰਦ ਨੂੰ ਕੁਝ ਦੇਣਾ ਕੀ ਵਹਿਮ ਹੈ? ਅਗਰ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ, ਉਹਨਾਂ ਪਿੱਤਰਾਂ ਨੂੰ ਯਾਦ ਕਰਕੇ ਪਿੱਪਲ ਲਗਾ ਦਿੰਦੇ ਹੋ, ਕਿਤੇ ਵੀ ਸਰਵਜਨਕ ਥਾਂ ਤੇ ਇੱਕ ਪੇੜ ਪਿੱਪਲ ਦਾ ਜ਼ਰੂਰ ਲਗਾਓ। ਜਦੋਂ ਉਸ ਦੀਆਂ ਜੜ੍ਹਾਂ ਧਰਤੀ ਵਿੱਚ ਮਜ਼ਬੂਤ ਹੁੰਦੀਆਂ ਜਾਣਗੀਆਂ, ਤੁਹਾਡੇ ਵੰਸ਼ ਦਾ ਵਾਧਾ ਹੁੰਦਾ ਜਾਏਗਾ, ਬਜ਼ੁਰਗਾਂ ਵੱਲੋਂ ਆਸ਼ੀਰਵਾਦ ਮਿਲਦਾ ਰਹੇਗਾ। ਤੇ ਹਰ ਸਾਲ ਇੱਕ ਪੇੜ ਲਗਾਓ। ਸ਼ਰਾਧਾਂ ਦੇ ਦਿਨਾਂ ਵਿੱਚ ਪਿੱਪਲ ਤੇ ਪੇੜ ਜ਼ਰੂਰ ਲਗਾਓ। ਧਰਤੀ ਜੋ ਹੈ ਇਹ ਤੇ ਹਰਿਆਵਲ ਹੋਣੀ, ਕਿਸੇ ਚੀਜ਼ ਨੂੰ ਜਨਮ ਦੇਣਾ, ਮਤਲਬ ਕਿ ਵਾਧੇ ਦੇ ਲਈ ਪੇੜ ਪੌਦੇ ਲਗਾਉਣਾ ਤੇ ਉਸ ਨੂੰ ਫਲਦਾਰ ਜਾਂ ਫੁੱਲ ਵਾਲੇ ਜਾਂ ਵੈਸੇ ਹੀ ਛਾਂ ਵਾਲੇ
ਜੀਵ ਜੰਤੂ ਜਿਸ ਤੇ ਬੈਠਣ, ਇਸ ਤੋਂ ਵੱਡਾ ਦਾਨ ਕੋਈ ਵੀ ਨਹੀਂ ਹੈ। ਤਾਂ ਤੁਸੀਂ ਇਹਨਾਂ ਸ਼ਰਾਧਾਂ ਦੇ ਦਿਨਾਂ ਵਿੱਚ ਕਿਸੇ ਜ਼ਰੂਰਤਮੰਦ ਦੀ ਮਦਦ ਕਰਨੀ ਹੈ, ਪੈਰੀ ਹੱਥ ਲਾ ਕੇ ਆਸ਼ੀਰਵਾਦ ਲੈਣਾ ਹੈ, ਧਾਰਮਿਕ ਬੰਦਿਆਂ ਦਾ ਆਸ਼ੀਰਵਾਦ ਲੈਣਾ ਹੈ, ਆਪਣੇ ਬਜ਼ੁਰਗਾਂ ਤੋਂ ਮਾਫੀ ਮੰਗਣੀ ਹੈ, ਆਪਣੇ ਕੀਤੇ ਹੋਏ ਕਰਮ ਜੋ ਜਾਣੇ ਅਣਜਾਣੇ ਵਿੱਚ ਗਲਤ ਹੋ ਗਏ ਨੇ ਉਹਨਾਂ ਦੀ ਮਾਫੀ ਮੰਗਣੀ ਹੈ, ਆਪਣੇ ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਹੈ। ਅਸਮਾਨ ਵੱਲ ਦੇਖ ਕੇ, ਪਤਾ ਨਹੀਂ ਉਹ ਕਿਤੇ ਹਨ ਕਿ ਨਹੀਂ, ਇਹ ਕੋਈ ਆਪਣਾ ਮੁੱਦਾ ਨਹੀਂ ਹੈ, ਪਰ ਫਿਰ ਵੀ એનર્ਜੀ ਤਾਂ ਹੈ ਨਾ, ਪੋਜ਼ਿਟਿਵ એનર્ਜੀ ਤਾਂ ਹੈ। ਤਾਂ ਇਸ ਕਰਕੇ ਤੁਸੀਂ ਉਹ ਕੁਦਰਤ ਦਾ ਧੰਨਵਾਦ ਕਰਨਾ ਹੈ ਦਿੱਤੀਆਂ ਹੋਈਆਂ ਦਾਤਾਂ ਲਈ, ਤੇ ਨਾਲ ਹੀ ਸ਼ਰਾਧਾਂ ਦੇ ਦਿਨਾਂ ਵਿੱਚ ਕਿਸੇ ਜ਼ਰੂਰਤਮੰਦ ਦੀ ਮਦਦ ਜ਼ਰੂਰ ਕਰਨੀ ਹੈ। ਆਪਣੇ ਵੱਡੇ ਵਡੇਰ, ਆਪਣੇ ਦਾਦੇ ਪੜਦਾਦੇ ਜਾਂ ਜੋ ਵੀ ਸਾਡੇ ਬਜ਼ੁਰਗ ਨੇ, ਉਹਨਾਂ ਨੂੰ ਯਾਦ ਕਰਕੇ ਕਿਸੇ ਗਰੀਬ ਦੇ ਪੈਰੀ ਹੱਥ ਲਗਾ ਕੇ ਉਸ ਨੂੰ ਰਾਸ਼ਨ ਦੇਣਾ। ਕੋਸ਼ਿਸ਼ ਕਰੋ ਕਿ ਜੋ ਲੋਕ ਸਫਾਈ ਕਰਦੇ ਨੇ, ਸਫਾਈ ਕਰਤਾ ਨੇ, ਉਹਨਾਂ ਨੂੰ ਦਵੋਗੇ ਤਾਂ ਹੋਰ ਵੀ ਜ਼ਿਆਦਾ ਅੱਛਾ। ਕਿਸੇ ਧਾਰਮਿਕ ਬੰਦੇ ਨੂੰ ਵੀ ਦੇ ਸਕਦੇ ਹੋ ਜੋ ਧਾਰਮਿਕ ਸਥਾਨ ਤੇ ਦਾਨ, ਜੋ ਧਾਰਮਿਕ ਸਥਾਨ ਤੇ ਕੰਮ ਵਗੈਰਾ ਕਰਦੇ ਨੇ, ਜਿਨ੍ਹਾਂ ਦੀ ਡਿਊਟੀ ਹੈ, ਜਿੱਦਾਂ ਗੁਰਦੁਆਰਾ ਸਾਹਿਬ, ਮੰਦਿਰ ਜਾਂ ਕਿਤੇ ਵੀ, ਉਹਨਾਂ ਨੂੰ ਪੋਸ਼ਾਕ ਦੇ ਸਕਦੇ ਹੋ, ਤੁਸੀਂ ਰਾਸ਼ਨ ਦੇ ਸਕਦੇ ਹੋ ਤੇ ਉਹਨਾਂ ਦਾ ਆਸ਼ੀਰਵਾਦ ਵੀ ਲੈ ਸਕਦੇ ਹੋ। ਦੇਖੋ ਕੋਈ ਵਹਿਮ ਨਹੀਂ ਹੈ ਦਰਸ਼ਕੋ, ਕੋਈ ਵੀ ਵਹਿਮ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਆਪਾਂ ਵਹਿਮ ਕਰਦੇ ਹੀ ਨਹੀਂ। ਅਗਰ ਇੰਨੇ ਕੁ ਯਤਨ ਕਰਨ ਤੇ, ਇੰਨੀ ਕੁ ਕੋਸ਼ਿਸ਼ ਕਰਨ ਤੇ ਸਾਡਾ ਕੁਝ ਸੁਧਰਦਾ ਏ ਤਾਂ ਇਸ ਵਿੱਚ ਜਾਂਦਾ ਵੀ ਕੀ ਹੈ। ਤਾਂ ਤੁਸੀਂ ਇਹਨਾਂ ਸ਼ਰਾਧਾਂ ਦੇ ਦਿਨਾਂ ਵਿੱਚ ਖਾਸ ਤੌਰ ਤੇ ਸਰਵ ਪਿੱਤਰ, ਜਿਸ ਦਿਨ ਸ਼ਰਾਧ ਹੋਏਗਾ, ਮੱਸਿਆ ਹੋਏਗੀ, 14 ਮੌਸ ਹੋਏਗੀ, ਉਸ ਦਿਨ ਤੁਸੀਂ ਇਹ ਉਪਾਅ ਜ਼ਰੂਰ ਕਰਨਾ ਹੈ। ਸੱਚ ਜਾਣੋ ਬਹੁਤ ਅੱਛੀ ਪੋਜ਼ਿਟਿਵਿਟੀ ਆਏਗੀ। ਤੇ ਇੱਕ ਗੱਲ ਹੋਰ, ਜੋ ਇਸ ਦੁਨੀਆ ਵਿੱਚ ਨਹੀਂ, ਜੋ ਤੁਹਾਡੇ ਵੱਡੇ ਵਡੇਰੇ ਨੇ, ਗੋਤਰ ਹੈ, ਉਹਨਾਂ ਦੀ ਇੱਕ ਫੋਟੋ ਸਾਊਥ ਵੈਸਟ ਦੀ ਵਾਲ ਤੇ, ਸਾਊਥ ਵਾਲੀ ਕੰਧ ਤੇ ਜ਼ਰੂਰ ਲਗਾਓ। ਉਸ ਤੇ ਹਾਰ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਹੈ, ਪਰ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਬਾਰੇ ਜਾਣਕਾਰੀ ਦਿਓਗੇ ਤਾਂ ਇਸ ਦੇ ਨਾਲ ਉਹਨਾਂ ਤੇ ਆਸ਼ੀਰਵਾਦ ਵੀ ਹਮੇਸ਼ਾ ਬਣਿਆ ਰਹੇਗਾ। ਇਹ ਸੀ ਜੀ ਸ਼ਰਾਧਾਂ ਬਾਰੇ ਜਾਣਕਾਰੀ, ਤੇ ਨਾਲ ਸ਼ਰਾਧਾਂ 'ਚ ਦਾਨ ਪੁੰਨ ਕੀ ਕਰਨਾ ਚਾਹੀਦਾ ਹੈ ਬਿਨਾਂ ਵਹਿਮ ਤੋਂ ਲੌਜੀਕਲੀ ਅਸੀਂ ਤੁਹਾਨੂੰ ਦੱਸਿਆ। ਤੁਹਾਡੇ ਕੋਈ ਵਿਚਾਰ ਹੋਣ ਤਾਂ ਸਾਨੂੰ ਜ਼ਰੂਰ ਇਸ ਬਾਰੇ ਦੱਸਣਾ ਹੈ ਜੀ। ਤੇ ਨਾਲ ਹੀ ਜੋ ਤੁਸੀਂ ਇਹ ਕਰਮ ਕਰੋਗੇ, ਇਸ ਦਾ ਫਲ ਤੁਹਾਨੂੰ ਪੋਜ਼ਿਟਿਵ ਮਿਲੇਗਾ। ਇਸੇ ਸ਼ੁਭਕਾਮਨਾ ਨਾਲ, ਨਮਸਕਾਰ।